हाँ जी डियर स्टूडेंट्स, ਅੱਜ ਆਪਾਂ ਆਪਣਾ ਨੈਕਸਟ ਟੌਪਿਕ ਸ਼ੁਰੂ ਕਰਨ ਜਾ ਰਹੇ ਹਾਂ, ਜਿਹਦੇ ਵਿੱਚੋਂ ਤੁਸੀਂ ਅੱਜ ਆਪਣਾ ਦੇਖਣਾ ਹੈ ਕਿ ਕੋਈ ਵੀ ਮੈਟ੍ਰਿਕਸ ਜਿਹੜੀ ਹੈ ਡਾਇਗਨਲਾਈਜ਼ੇਬਲ ਕਦੋਂ ਹੁੰਦੀ ਹੈ। ਠੀਕ ਹੈ, ਅਤੇ ਇਸ ਤੋਂ ਪਹਿਲਾਂ ਤੁਹਾਨੂੰ ਕੁਝ ਬੇਸਿਕ ਜਾਂ ਆਪਾਂ ਕਰਦੇ ਹਾਂ ਹੈ ਨਾ। ਜਿਵੇਂ ਤੁਹਾਡੇ ਕੋਲ ਆਰਟੀਕਲ ਨੰਬਰ 14 ਹੈ ਕਿ ਅਗਰ ਤੁਹਾਡੇ ਕੋਲ ਕੋਈ ਵੀ ਮੈਟ੍ਰਿਕਸ ਜਿਹਦਾ ਆਰਡਰ 3 ਹੈ ਅਤੇ ਉਹਦੇ 3 ਹੀ ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੈਕਟਰਸ ਹੋਣਗੇ, ਤਾਂ ਕਹਿੰਦੇ ਕਿ ਇੱਕ ਨੋਨ ਸਿੰਗੂਲਰ ਮੈਟ੍ਰਿਕਸ ਐਗਜ਼ਿਸਟ ਕਰੂਗੀ। ਉਹ ਮੈਟ੍ਰਿਕਸ ਐਸੀ ਹੋਊਗੀ ਕਿ ਜੇ ਤੁਸੀਂ ਉਹਨੂੰ P ਇਨਵਰਸ AP ਕਰਦੇ ਹੋ ਤਾਂ ਦੈਨ ਇਟ ਇਜ਼ ਅ ਡਾਇਗਨਲ ਮੈਟ੍ਰਿਕਸ। ਮੀਨਸ ਉਹਦੀਆਂ ਜਿਹੜੀਆਂ ਐਂਟਰੀਜ਼ ਰਹਿ ਜਾਣਗੀਆਂ ਉਹ ਸਿਰਫ ਡਾਇਗਨਲ ਐਂਟਰੀਜ਼ ਰਹਿ ਜਾਣਗੀਆਂ, ਬਾਕੀ ਸਾਰੀਆਂ 0 ਹੋ ਜਾਣਗੀਆਂ। ਜਿਹੜੀ ਇੱਥੇ ਆਪਣੇ ਕੋਲ ਇਹ P ਐਗਜ਼ਿਸਟ ਕਰਦੀ ਹੈ, ਇਹ ਤੁਹਾਡੇ ਕੋਲ ਹੁੰਦੀ ਹੈ ਆਈਗਨ ਵੈਕਟਰਸ ਵਾਲੀ ਮੈਟ੍ਰਿਕਸ। ਮੀਨਸ ਕਿ ਜਿਹੜੇ ਵੀ ਤੁਹਾਡੇ ਕੋਲ 3 ਆਈਗਨ ਵੈਕਟਰਸ ਆਉਂਦੇ ਨੇ, ਹਰ ਇੱਕ 3 ਕਰਸਪੋਂਡਿੰਗ ਆਈਗਨ ਵੈਲਿਊਜ਼ ਦੇ, ਤਾਂ ਤੁਸੀਂ ਉਹਨਾਂ ਨੂੰ ਕਾਲਮ 'ਚ ਜਦੋਂ ਇੱਕ ਮੈਟ੍ਰਿਕਸ ਦੇ ਵਿੱਚ ਰੱਖ ਲੈਂਦੇ ਹੋ ਤਾਂ ਤੁਹਾਨੂੰ ਕੋਲ ਜਿਹੜੀ ਇਹ P ਬਣਦੀ ਹੈ ਇਹ ਮਾਡਲ ਮੈਟ੍ਰਿਕਸ ਬਣ ਜਾਂਦੀ ਹੈ। ਨੈਕਸਟ ਤੁਹਾਡੇ ਕੋਲ ਆ ਜਾਂਦਾ ਹੈ ਕਿ ਜਦੋਂ ਤੁਸੀਂ ਇਸ P ਮੈਟ੍ਰਿਕਸ ਦਾ ਇਨਵਰਸ ਕੱਢ ਕੇ ਹੈ ਨਾ, ਉਹਨੂੰ ਤੁਸੀਂ P ਇਨਵਰਸ AP ਦੀ ਤਰ੍ਹਾਂ ਕੈਲਕੂਲੇਟ ਕਰਦੇ ਹੋ, ਤਾਂ ਆਪਾਂ ਨੇ ਕਿਹਾ ਸੀਗਾ ਕਿ ਇਹ ਇੱਕ ਡਾਇਗਨਲ ਮੈਟ੍ਰਿਕਸ ਬਣ ਜਾਂਦੀ ਹੈ। ਉਹ ਡਾਇਗਨਲ ਮੈਟ੍ਰਿਕਸ ਦੀਆਂ ਜਿਹੜੀਆਂ ਐਂਟਰੀਜ਼ ਆਉਣਗੀਆਂ ਉਹ ਤੁਹਾਡੇ ਕੋਲ ਆਈਗਨ ਵੈਲਿਊਜ਼ ਹੀ ਹੋਣੀਆਂ ਚਾਹੀਦੀਆਂ ਨੇ, ਤਾਂ ਉਹਨੂੰ ਆਪਾਂ ਬੋਲ ਦਿੰਦੇ ਹਾਂ ਸਪੈਕਟਰਾ ਮੈਟ੍ਰਿਕਸ। ਠੀਕ ਹੈ, ਅਤੇ ਹੁਣ ਫਿਰ ਆ ਜਾਂਦਾ ਹੈ ਕਿ ਕੋਈ ਵੀ ਮੈਟ੍ਰਿਕਸ ਨੂੰ ਡਾਇਗਨਲਾਈਜ਼ੇਬਲ ਕਦੋਂ ਕਹਿ ਸਕਦੇ ਹਾਂ। ਹੁਣ ਡਾਇਗਨਲਾਈਜ਼ੇਬਲ ਉਹਨੂੰ ਆਪਾਂ ਤਾਂ ਹੀ ਕਹਿ ਸਕਦੇ ਹਾਂ ਅਗਰ ਤੁਹਾਡੇ ਕੋਲ ਇੱਕ P ਐਗਜ਼ਿਸਟ ਕਰੂਗੀ ਸੱਚ ਦੈਟ P ਇਨਵਰਸ AP ਕਰਕੇ ਤੁਹਾਡੇ ਕੋਲ ਡਾਇਗਨਲ ਮੈਟ੍ਰਿਕਸ ਆ ਜਾਵੇ, ਹੈ ਨਾ। ਅਤੇ ਬਟ ਇਹਦੇ ਕੁਝ ਹੋਰ ਵੀ ਮੈਥਡਸ ਹੈਗੇ ਆ, ਜਿਵੇਂ ਤੁਹਾਡੇ ਕੋਲ ਹੈਗਾ ਕਿ ਕੋਈ ਨੈਸੈਸਰੀ ਐਂਡ ਸਫੀਸ਼ੀਐਂਟ ਕੰਡੀਸ਼ਨ ਦੈਟ ਐਨ n cross n ਮੈਟ੍ਰਿਕਸ ਓਵਰ ਏ ਫੀਲਡ F be diagonalizable if is that A has n linearly independent eigen vectors। ਮੀਨਸ ਹੈ ਕਿ ਕੋਈ ਵੀ ਮੈਟ੍ਰਿਕਸ ਨੂੰ ਡਾਇਗਨਲਾਈਜ਼ੇਬਲ ਉਦੋਂ ਕਹਿ ਸਕਦੇ ਆ ਜਦੋਂ ਆਪਣੇ ਕੋਲ ਜਿੰਨਾ ਉਸ ਮੈਟ੍ਰਿਕਸ ਦਾ ਆਰਡਰ ਹੈ ਉਹਨੇ ਹੀ ਆਪਣੇ ਕੋਲ ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੈਕਟਰਸ ਆ ਜਾਣ। ਅੱਛਾ, ਤੁਹਾਨੂੰ ਇਹ ਵੀ ਪਤਾ ਹੈ ਕਿ ਜਿੰਨੇ ਇੰਡੀਪੈਂਡੈਂਟ ਆਈਗਨ ਵੈਕਟਰਸ ਹੋਣਗੇ ਉਨੀਆਂ ਹੀ ਆਈਗਨ ਵੈਲਿਊਜ਼ ਡਿਸਟਿੰਕਟ ਹੋਣਗੀਆਂ। ਠੀਕ ਹੈ ਨਾ, ਕਿਉਂਕਿ ਹਰ ਇੱਕ ਆਈਗਨ ਵੈਲਿਊ ਦੇ ਕਰਸਪੋਂਡਿੰਗ ਅਗਰ ਤੁਸੀਂ ਇੱਕ ਆਈਗਨ ਵੈਕਟਰ ਕੰਸੀਡਰ ਕਰਦੇ ਹੋ ਤਾਂ ਉਹ ਆਪਸ ਦੇ ਵਿੱਚ ਜਿਹੜੇ ਨੇ ਅਲੱਗ-ਅਲੱਗ ਆਈਗਨ ਵੈਲਿਊਜ਼ ਦੇ ਅਲੱਗ-ਅਲੱਗ ਆਈਗਨ ਵੈਕਟਰਸ ਆਪਸ ਦੇ ਵਿੱਚ ਇੰਡੀਪੈਂਡੈਂਟ ਹੁੰਦੇ ਨੇ। ਅਗਰ ਤੁਸੀਂ ਇੱਕ ਆਈਗਨ ਵੈਲਿਊ ਦੇ ਕਰਸਪੋਂਡਿੰਗ ਹੀ 2 ਆਈਗਨ ਵੈਕਟਰ ਲੈ ਲੈਂਦੇ ਹੋ ਤਾਂ ਉਹ ਡਿਪੈਂਡੈਂਟ ਹੋ ਜਾਂਦੇ ਨੇ। ਤਾਂ ਇਟ ਮੀਨਸ ਕਿ ਇਹ ਕਹਿ ਸਕਦੇ ਹਾਂ ਆਪਾਂ, ਇਹਦਾ ਜਿਹੜਾ ਸ਼ਾਰਟ ਅਗਰ ਆਪਾਂ ਕਹੀਏ ਹੈ ਨਾ, ਕਿ ਅਗਰ ਕਿਸੇ ਮੈਟ੍ਰਿਕਸ ਦੀਆਂ ਆਈਗਨ ਵੈਲਿਊਜ਼ ਸਾਰੀਆਂ ਦੀਆਂ ਸਾਰੀਆਂ ਡਿਫਰੈਂਟ ਆ ਰਹੀਆਂ ਨੇ, ਮੀਨਸ ਕੋਈ ਵੀ ਆਈਗਨ ਵੈਲਿਊ ਰਿਪੀਟ ਨਹੀਂ ਹੋ ਰਹੀ, ਦੈਨ ਦੈਟ ਮੈਟ੍ਰਿਕਸ ਇਜ਼ ਡਾਇਗਨਲਾਈਜ਼ੇਬਲ। ਓਕੇ, ਨੈਕਸਟ ਬੱਚੇ ਤੁਹਾਡੇ ਕੋਲ ਇਹਦਾ ਮੈਥਡ ਹੈਗਾ। ਮੈਥਡ ਵੈਸੇ ਤਾਂ ਆਪਾਂ ਦੇਖ ਹੀ ਚੁੱਕੇ ਹਾਂ ਕਿ ਪਹਿਲਾਂ ਤੁਸੀਂ ਆਪਣੀ ਆਈਗਨ ਵੈਲਿਊਜ਼ ਕੈਲਕੂਲੇਟ ਕਰਨੀਆਂ ਨੇ, ਫਿਰ ਉਹਨਾਂ ਦੇ ਕਰਸਪੋਂਡਿੰਗ ਆਈਗਨ ਵੈਕਟਰਸ ਫਾਈਂਡ ਕਰ ਲੈਣੇ ਨੇ। ਅਗਰ ਕਹਿੰਦੇ ਤੁਹਾਡੇ ਕੋਲ ਜਿਹੜੇ ਆਈਗਨ ਵੈਕਟਰਸ ਨੇ ਉਹ ਲੈਸ ਦੈਨ n ਆ ਜਾਂਦੇ ਨੇ, ਦੈਨ ਨੋਟ ਡਾਇਗਨਲਾਈਜ਼ੇਬਲ। ਬਟ ਅਗਰ ਤੁਹਾਡੇ ਕੋਲ ਜਿਹੜੇ ਆਈਗਨ ਵੈਕਟਰਸ ਨੂੰ ਤੁਸੀਂ ਇੱਕ ਮੈਟ੍ਰਿਕਸ ਦੇ ਵਿੱਚ ਬਣਾ ਕੇ ਉਹਦਾ ਇਨਵਰਸ ਕੈਲਕੂਲੇਟ ਕਰੋਗੇ, ਇਨਵਰਸ ਕੱਢਣ ਤੋਂ ਬਾਅਦ ਤੁਸੀਂ ਉਹਨੂੰ A ਦੇ ਨਾਲ ਪ੍ਰੀ ਅਤੇ ਪੋਸਟ ਮਲਟੀਪਲਾਈ ਕਰਕੇ ਤੁਹਾਡੇ ਕੋਲ ਇੱਕ ਡਾਇਗਨਲ ਮੈਟ੍ਰਿਕਸ ਆ ਜੂਗੀ ਅਤੇ ਉਹ ਤੁਹਾਡੇ ਕੋਲ ਹੋ ਜੂਗੀ ਡਾਇਗਨਲਾਈਜ਼ੇਬਲ। ਹੁਣ ਬੱਚੇ ਤੁਹਾਡੇ ਕੋਲ ਫਸਟ ਐਗਜ਼ਾਮਪਲ ਜਿਵੇਂ ਹੈਗੀ ਹੈ, ਤੁਸੀਂ ਡਾਇਗਨਲਾਈਜ਼ ਕਰਨਾ 1 3 ਅਤੇ 2 2 ਨੂੰ, ਤਾਂ ਪਹਿਲਾਂ ਤੁਸੀਂ ਸਭ ਤੋਂ ਪਹਿਲਾਂ A ਮਾਈਨਸ ਲੈਮਡਾ I ਇਹਦੀ ਇੱਕ ਕਰੈਕਟਰਿਸਟਿਕ ਪੋਲੀਨੋਮੀਅਲ ਕੰਸੀਡਰ ਕੀਤੀ ਇਨ ਲੈਮਡਾ, ਹੈ ਨਾ। ਤਾਂ ਇਹਨੂੰ ਜਦੋਂ ਤੁਸੀਂ ਇਕੁਏਟ ਕੀਤਾ 0 ਦੇ ਨਾਲ ਤਾਂ ਉਹ ਤੁਹਾਡੇ ਕੋਲ ਲੈਮਡਾ ਦੇ ਵਿੱਚ ਕੁਆਡਰੇਟਿਕ ਇਕੁਏਸ਼ਨ ਬਣ ਕੇ ਆ ਜੂਗੀ। ਉਹਨੂੰ ਸੌਰਟ ਆਊਟ ਕਰਕੇ ਤੁਹਾਡੇ ਕੋਲ ਲੈਮਡਾ ਦੀਆਂ 2 ਵੈਲਿਊਜ਼ ਆ ਗਈਆਂ, ਇੱਕ ਆ ਗਈ -1 ਅਤੇ ਇੱਕ ਆ ਗਈ 4। ਇਹਨਾਂ ਦੋਨੋਂ ਆਈਗਨ ਵੈਲਿਊਜ਼ ਦੇ ਕਰਸਪੋਂਡਿੰਗ ਤੁਹਾਡੇ ਕੋਲ ਅਲੱਗ-ਅਲੱਗ ਆਈਗਨ ਵੈਕਟਰਸ ਐਗਜ਼ਿਸਟ ਕਰਨਗੇ। ਪਹਿਲਾਂ ਤੁਸੀਂ ਕਰਸਪੋਂਡਿੰਗ ਟੂ -1 ਲਿੱਤਾ ਤਾਂ ਤੁਹਾਡੇ ਕੋਲ ਆਈਗਨ ਵੈਕਟਰ ਆ ਗਿਆ 1 ਐਂਡ -1। ਫਿਰ ਤੁਸੀਂ 4 ਦੇ ਕਰਸਪੋਂਡਿੰਗ ਆਈਗਨ ਵੈਕਟਰ ਫਾਈਂਡ ਆਊਟ ਕਰੋਗੇ ਤਾਂ ਉਹ ਆ ਜਾਊਗਾ ਤੁਹਾਡੇ ਕੋਲ 2 ਅਤੇ 3। ਫਿਰ ਜਿਹੜੇ ਇਹ 2 ਤੁਹਾਡੇ ਕੋਲ ਆਈਗਨ ਵੈਕਟਰਸ ਆਏ ਨੇ ਉਹਨਾਂ ਦੋਨਾਂ ਨੂੰ ਤੁਸੀਂ ਕਾਲਮ ਵਾਈਜ਼ ਲਿਖ ਕੇ ਇੱਕ ਮੈਟ੍ਰਿਕਸ ਦੇ ਵਿੱਚ ਪਾ ਲਓਗੇ ਜਿਹਦਾ ਨਾਮ ਹੋਊਗਾ P, ਜਿਹਨੂੰ ਆਪਾਂ ਨੇ ਕਿਹਾ ਸੀਗਾ ਮਾਡਲ ਮੈਟ੍ਰਿਕਸ। ਫਿਰ ਹੁਣ ਤੁਸੀਂ ਇਸ ਮੈਟ੍ਰਿਕਸ ਦਾ ਇਨਵਰਸ ਕੈਲਕੂਲੇਟ ਕਰਨਾ। ਇਨਵਰਸ ਕੱਢਣ ਵਾਸਤੇ ਤੁਹਾਨੂੰ ਪਹਿਲਾਂ ਇਹਦਾ ਡਿਟਰਮੀਨੈਂਟ ਫਾਈਂਡ ਆਊਟ ਕਰਨਾ ਪਊਗਾ। ਜਿਹੜਾ ਇਹਦਾ ਡਿਟਰਮੀਨੈਂਟ ਹੈ ਦੈਟ ਇਜ਼ ਨੋਨ ਜ਼ੀਰੋ, ਮੀਨਸ 5 ਆ ਗਿਆ। ਤਾਂ ਇਟ ਮੀਨਸ ਇਹ ਮੈਟ੍ਰਿਕਸ ਜਿਹੜੀ ਹੈ P ਮੈਟ੍ਰਿਕਸ ਹੈ ਇਹ ਇਨਵਰਟੀਬਲ ਮੈਟ੍ਰਿਕਸ ਹੋ ਜੂਗੀ। ਤਾਂ ਹੁਣ ਤੁਹਾਨੂੰ ਪਤਾ ਹੈ ਕਿ ਇਨਵਰਸ ਕੱਢਣ ਵਾਸਤੇ ਤੁਸੀਂ ਪਹਿਲਾਂ ਅਡਜੁਆਇੰਟ ਕੱਢੋਗੇ, ਅਡਜੁਆਇੰਟ ਨੂੰ ਡਿਟਰਮੀਨੈਂਟ ਦੇ ਨਾਲ ਡਿਵਾਈਡ ਕਰਕੇ ਤੁਸੀਂ ਇਨਵਰਸ ਕੈਲਕੂਲੇਟ ਕਰ ਲਿਆ।
ਫਿਰ ਉਸ ਤੋਂ ਬਾਅਦ ਤੁਸੀਂ ਜਦੋਂ P ਇਨਵਰਸ ਨੂੰ A ਦੇ ਨਾਲ ਤੇ A ਨੂੰ P ਦੇ ਨਾਲ ਮਲਟੀਪਲਾਈ ਕੀਤਾ ਤਾਂ ਤੁਹਾਡੇ ਕੋਲੇ ਮੈਟ੍ਰਿਕਸ ਆ ਗਈ -5 0 0 ਐਂਡ 20। ਤਾਂ ਇਹਨਾਂ ਦੇ ਵਿੱਚੋਂ ਫਿਰ ਤੁਸੀਂ -5 ਜਿਹੜਾ ਹੈ ਉਹ 5 ਕਾਮਨ ਕੱਢਣ ਤੋਂ ਬਾਅਦ ਇਹ ਮੈਟ੍ਰਿਕਸ ਬਣ ਜੂਗੀ -1 4 0 0। ਮੀਨਸ ਕਿ ਤੁਸੀਂ ਦੇਖੋ ਹੁਣ ਇਹਦੇ ਵਿੱਚ ਜਿਹੜੀਆਂ ਇਹ ਡਾਇਗਨਲ ਐਂਟਰੀਜ਼ ਨੇ ਇਹ ਉਹੀ ਆ ਗਈਆਂ ਤੁਹਾਡੇ ਕੋਲ ਜਿਹੜੀਆਂ ਤੁਹਾਡੇ ਕੋਲ ਆਈਗਨ ਵੈਲਿਊਜ਼ ਸੀਗੀਆਂ। ਤਾਂ ਇੱਥੋਂ ਤੁਸੀਂ ਆਪਣੇ ਆਨਸਰ ਨੂੰ ਵੈਰੀਫਾਈ ਵੀ ਕਰ ਸਕਦੇ ਹੋ ਕਿ ਤੁਹਾਡਾ ਸਹੀ ਆ ਰਿਹਾ ਹੈ ਕਿ ਗਲਤ ਆ ਰਿਹਾ। ਤੁਸੀਂ ਆਪਣੇ ਜਿਹੜੀ ਲਾਸਟ ਦੇ ਵਿੱਚ ਡਾਇਗਨਲ ਮੈਟ੍ਰਿਕਸ ਆਣੀ ਹੈ ਤੁਸੀਂ ਦੇਖੋ ਕਿ ਉਹਦੀਆਂ ਜਿਹੜੀਆਂ ਡਾਇਗਨਲ ਐਂਟਰੀਜ਼ ਨੇ ਦੈਟ ਸ਼ੁੱਡ ਬੀ ਦ ਆਈਗਨ ਵੈਲਿਊਜ਼। ਠੀਕ ਹੈ ਜੀ। ਨੈਕਸਟ ਸੈਕਿੰਡ ਐਗਜ਼ਾਮਪਲ ਦੇ ਵਿੱਚ ਹੈਗਾ ਕਿ ਫਾਈਂਡ ਕਰਨੀਆਂ ਨੇ ਤੁਸੀਂ ਸਾਰੀਆਂ ਆਈਗਨ ਵੈਲਿਊਜ਼ ਅਤੇ ਆਈਗਨ ਵੈਕਟਰਸ ਅਤੇ ਫਿਰ ਚੈੱਕ ਕਰਨਾ ਕਿ ਇਹ ਮੈਟ੍ਰਿਕਸ ਡਾਇਗਨਲਾਈਜ਼ੇਬਲ ਹੈਗੀ ਹੈ ਜਾਂ ਨਹੀਂ ਹੈਗੀ, ਹੈ ਨਾ। ਤਾਂ ਹੁਣ ਤੁਸੀਂ ਦੇਖੋ ਇਹਦੇ ਵਿੱਚ ਜਦੋਂ ਤੁਸੀਂ ਇਹਦੀਆਂ ਆਈਗਨ ਵੈਲਿਊਜ਼ ਫਾਈਂਡ ਆਊਟ ਕੀਤੀਆਂ ਤਾਂ ਇਹਦੀ ਇੱਕ ਆਈਗਨ ਵੈਲਿਊ ਜਿਹੜੀ ਆ ਉਹ ਰਿਪੀਟ ਕਰ ਗਈ, ਜਿਵੇਂ 2 2 ਤੇ 3। ਤਾਂ ਜਦੋਂ ਤੁਸੀਂ ਹੁਣ 2 ਦੇ ਕਰਸਪੋਂਡਿੰਗ ਆਈਗਨ ਵੈਕਟਰ ਜਿਵੇਂ 3 ਦੇ ਕਰਸਪੋਂਡਿੰਗ ਜਦੋਂ ਤੁਸੀਂ ਆਈਗਨ ਵੈਕਟਰ ਕੱਢਿਆ ਤਾਂ ਤੁਸੀਂ ਇੱਕੋ ਹੀ ਲੈਣਾ, ਆਪਾਂ ਨੂੰ ਪਤਾ ਹੈ 1 1 ਤੇ -2। ਜਦੋਂ ਤੁਸੀਂ 2 ਦੇ ਕਰਸਪੋਂਡਿੰਗ ਆਈਗਨ ਵੈਕਟਰ ਲਓਗੇ ਤਾਂ ਉਹ ਆ ਜਾਊਗਾ 1 0 0। ਤਾਂ ਹੁਣ ਤੁਸੀਂ ਦੇਖੋ ਕਿ ਇੱਥੇ ਵਿੱਚ ਜਿਹੜੀ ਮੈਟ੍ਰਿਕਸ ਦਾ ਆਰਡਰ ਸੀ ਉਹ 3 ਸੀਗਾ, ਬਟ ਜਿਹੜੇ ਇੰਡੀਪੈਂਡੈਂਟ ਆਈਗਨ ਵੈਕਟਰ ਆਏ ਨੇ ਉਹ ਸਿਰਫ 2 ਹੀ ਆਏ ਨੇ, ਤਾਂ ਡਿਫਰੈਂਟ ਹੋ ਗਿਆ ਨਾ। ਤਾਂ ਇਟ ਮੀਨਸ ਇਹ ਮੈਟ੍ਰਿਕਸ ਡਾਇਗਨਲਾਈਜ਼ੇਬਲ ਨਹੀਂ ਹੈਗੀ। ਤੇ ਨੈਕਸਟ ਥਰਡ ਦੇ ਵਿੱਚ ਕੀ ਹੈ, ਥਰਡ ਦੇ ਵਿੱਚ ਵੀ ਦੇਖੋ ਬੱਚੇ ਕੀ ਹੈਗਾ, ਜਦੋਂ ਤੁਸੀਂ ਆਈਗਨ ਵੈਲਿਊਜ਼ ਫਾਈਂਡ ਆਊਟ ਕਰੋਗੇ 3 2 1 ਜਿਵੇਂ 1 4 1 ਇਹ ਮੈਟ੍ਰਿਕਸ ਤੁਹਾਨੂੰ ਦਿੱਤੀ ਹੋਈ ਹੈ, ਇਹਦੀਆਂ ਜਿਹੜੀਆਂ ਆਈਗਨ ਵੈਲਿਊਜ਼ ਨੇ ਉਹ ਫੇਰ ਰਿਪੀਟ ਕਰ ਰਹੀਆਂ ਨੇ 2 2 ਤੇ 6। ਫਿਰ ਤੁਸੀਂ 6 ਦੇ ਕਰਸਪੋਂਡਿੰਗ ਆਈਗਨ ਵੈਕਟਰ ਫਾਈਂਡ ਕੀਤਾ, ਉਹ ਆ ਗਿਆ ਤੁਹਾਡੇ ਕੋਲੇ 1 2 ਤੇ 1। ਫਿਰ ਤੁਸੀਂ ਆਪਣਾ 2 ਦੇ ਕਰਸਪੋਂਡਿੰਗ ਆਈਗਨ ਵੈਕਟਰ ਫਾਈਂਡ ਕੀਤਾ, ਉਹ ਤੁਹਾਡੇ ਕੋਲੇ ਆ ਗਿਆ -1। ਇੱਥੇ ਤੁਹਾਡੇ ਕੋਲ ਇਕੁਏਸ਼ਨ ਬਣ ਗਈਆਂ ਦੇਖੋ x + y + z = 0। ਹੁਣ ਤੁਹਾਡੇ ਕੋਲ ਇੱਥੇ ਜਿਹੜੀਆਂ ਇੰਡੀਪੈਂਡੈਂਟ ਸੋਲਿਊਸ਼ਨ ਸੀਗੇ ਉਹ 2 ਆ ਗਏ ਸੀ, 2 ਇੰਡੀਪੈਂਡੈਂਟ ਸੋਲਿਊਸ਼ਨ ਆ ਗਏ ਸੀ ਨਾ। ਇਟ ਮੀਨਸ ਤੁਸੀਂ ਇੱਥੋਂ 2 ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੈਕਟਰ ਕੱਢ ਸਕਦੇ ਹੋ ਜਿਹੜੇ ਕੀ ਆਣਗੇ ਤੁਹਾਡੇ ਕੋਲੇ -1 1 ਤੇ 0 -1 0 ਤੇ 1। ਤਾਂ ਇੱਥੋਂ ਤੁਹਾਡੇ ਕੋਲੇ ਇੱਕ ਆਈਗਨ ਵੈਲਿਊ ਦੇ ਕਰਸਪੋਂਡਿੰਗ 2 ਇੰਡੀਪੈਂਡੈਂਟ ਆਈਗਨ ਵੈਕਟਰ ਐਗਜ਼ਿਸਟ ਕਰ ਗਏ। ਤਾਂ ਇਹਨਾਂ ਤਿੰਨਾਂ ਨੂੰ ਮਿਲਾ ਕੇ ਤੁਸੀਂ ਆਪਣੀ P ਫਾਈਂਡ ਆਊਟ ਕਰ ਸਕਦੇ ਹੋ। ਉਸ ਤੋਂ ਬਾਅਦ ਜਦੋਂ ਤੁਹਾਡੇ ਕੋਲ 3 ਆਈਗਨ ਵੈਕਟਰ ਆ ਗਏ ਦੈਟ ਮੀਨਸ ਜਿਹੜੀ ਇਹ ਮੈਟ੍ਰਿਕਸ ਸੀ ਉਹ ਡਾਇਗਨਲਾਈਜ਼ੇਬਲ ਹੋ ਜਾਊਗੀ। ਫਿਰ ਉਸ ਤੋਂ ਬਾਅਦ ਤੁਸੀਂ ਡਾਇਗਨਲਾਈਜ਼ੇਬਲ ਕਰਕੇ ਉਹਨੂੰ ਡਾਇਗਨਲ ਦੇ ਇਕੁਅਲ ਵੀ ਪ੍ਰੂਫ ਕਰਕੇ ਦਿਖਾਉਣਾ ਹੈ। ਤਾਂ ਉਹਦੇ ਵਾਸਤੇ ਤੁਹਾਨੂੰ P ਕੱਢਣਾ ਪੈਣਾ। P ਕੱਢਣ ਵਾਸਤੇ ਉਹਦਾ ਇਨਵਰਸ ਕੱਢਿਆ, ਫਿਰ ਤੁਸੀਂ P ਇਨਵਰਸ A ਤੇ P ਨੂੰ ਮਲਟੀਪਲਾਈ ਕਰਕੇ ਦੇਖੋ 6 2 ਤੇ 2 ਉਹਦੀਆਂ ਡਾਇਗਨਲ ਐਂਟਰੀਜ਼ ਆ ਗਈਆਂ ਤੇ ਇਹੀ ਤਾਂ ਆਪਣੇ ਕੋਲ ਆਈਗਨ ਵੈਲਿਊ ਸੀ ਨਾ 2 2 ਤੇ 6। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਮੈਟ੍ਰਿਕਸ ਨੂੰ ਡਾਇਗਨਲ ਫਾਰਮ 'ਚ ਕਨਵਰਟ ਕਰ ਸਕਦੇ ਹੋ। ਤਾਂ ਇਹਦੇ ਨਾਲ ਰਿਲੇਟਡ ਬੱਚੇ ਤੁਸੀਂ ਐਗਜ਼ਾਮਪਲਸ ਤੇ ਐਕਸਰਸਾਈਜ਼ਸ ਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਕਰ ਲੈਣਾ। ਫਿਰ ਨੈਕਸਟ ਜਿਹੜਾ ਕਨਸੈਪਟ ਹੈ ਕੈਲੇ ਹੈਮਿਲਟਨ ਥਿਊਰਮ ਦਾ, ਇਹ ਆਪਾਂ ਆਪਣੇ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਓਕੇ।